ਅੱਗੇ ਵਧਦੇ ਹਾਂ। ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਹੀ ਵਿਦੇਸ਼ਾਂ ਵਿੱਚ ਵੀ ਕਿਸਾਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਵਸਦਾ ਭਾਰਤੀ ਭਾਈਚਾਰਾ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਇਆ ਤੇ ਕਿਸਾਨਾਂ ਦੇ ਹੱਕ ਵਿੱਚ ਕੀਤੀਆਂ ਜਾ ਰਹੀਆਂ ਵੱਡੀਆਂ ਰੈਲੀਆਂ ਨੇ ਭਾਰਤ ਸਰਕਾਰ ਨੂੰ ਇਹ ਵਿਖਾ ਦਿੱਤਾ ਹੈ ਕਿ ਪੰਜਾਬੀ ਜਿੱਥੇ ਵੀ ਵਸਦੇ ਹੋਣ ਉਹਨਾਂ ਦੇ ਹੱਕ ਖੋਏ ਨਹੀਂ ਜਾ ਸਕਦੇ, ਜਿਸ ਦਾ ਸਬੂਤ ਅਮਰੀਕਾ, ਕੈਨੇਡਾ ਸਮੇਤ ਦੁਨੀਆ ਭਰ ਦੇ ਕਿਸੇ ਵੀ ਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਕਿਸਾਨਾਂ ਦੇ ਹੱਕਾਂ ਵਿੱਚ ਵੱਡੀਆਂ ਰੈਲੀਆਂ ਕਰਕੇ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਪੇਸ਼ ਹੈ ਨਿਊਯਾਰਕ ਤੋਂ ਨਾਰਥ ਅਮਰੀਕਾ ਦੇ ਬਿਊਰੋ ਹੈਡ ਮਨੀਸ਼ ਬਿਆਲਾ ਦੀ ਇਹ ਵਿਸ਼ੇਸ਼ ਰਿਪੋਰਟ। ਪਿਛਲੇ 19 ਦਿਨਾਂ ਤੋਂ ਦਿੱਲੀ ਦੇ ਦਰਵਾਜ਼ੇ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਦੇ ਹੋਏ ਅਮਰੀਕਾ ਦੇ ਨਿਊਯਾਰਕ ਸਟੇਟ ਦੇ ਸ਼ਹਿਰ ਲੇਵੀ ਟਾਊਨ ਵਿਖੇ ਇੱਕ ਵਿਸ਼ੇਸ਼ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸ਼ਹੀਦਾਂ ਤੋਂ ਸ਼ੁਰੂ ਹੋਈ ਇਹ ਕਾਰ ਰੈਲੀ 4 ਘੰਟੇ ਤੱਕ ਵੱਖ-ਵੱਖ ਥਾਵਾਂ ਤੇ ਹੁੰਦੀ ਹੋਈ ਅਖੀਰ ਦੇਰ ਸ਼ਾਮ ਨਾਸ ਕਾਉਂਟੀ ਲੈਗਲਿਸਟਿਵ ਬਿਲਡਿੰਗ ਨੇੜੇ ਖਤਮ ਹੋਈ। ਖਾਸ ਤੌਰ ਤੇ ਇਸ ਰੈਲੀ ਵਿੱਚ ਵਕਫਵਾਦ ਦਾ ਟੈਗ ਖਤਮ ਕਰਨ ਲਈ ਸਰਬ ਧਰਮ ਦੇ ਲੋਕਾਂ ਨੇ ਆਪਣੇ ਆਪ ਇਸ ਰੈਲੀ ਵਿੱਚ ਆ ਕੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਿਆ। ਇਸ ਮੌਕੇ ਨਾਰਥ ਅਮਰੀਕਾ ਦੇ ਬਿਊਰੋ ਹੈਡ ਮਨੀਸ਼ ਬਿਆਲਾ ਨੇ ਪ੍ਰਦਰਸ਼ਨਕਾਰੀਆਂ ਨਾਲ ਖਾਸ ਤੌਰ ਤੇ ਗੱਲਬਾਤ ਵੀ ਕੀਤੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸੱਚ ਅਤੇ ਹੱਕ ਦੀ ਲੜਾਈ ਹੈ, ਜਿਸ ਲਈ ਸਾਰੀ ਕਮਿਊਨਿਟੀਆਂ ਅੱਗੇ ਆਈਆਂ ਨੇ। ਇਸ ਅੰਦੋਲਨ ਦੀ ਖਾਸ ਗੱਲ ਇਹ ਰਹੀ ਹੈ ਕਿ ਇਸ ਸਾਰੇ ਅੰਦੋਲਨ 'ਚੋਂ ਅੱਜ ਭਾਈਚਾਰਕ ਸਾਂਝ ਉੱਭਰ ਕੇ ਸਾਹਮਣੇ ਆਈ ਹੈ। मेरे नाल ने सरदार भुपिंदर सिंह जी हैड ग्रंथी ने गुरुद्वारा शहीदां लेवी टाउन न्यूयॉर्क ਦੇ ਵਿੱਚ ਭੁਪਿੰਦਰ ਸਿੰਘ ਜੀ ਕੀ ਕਹੀਏ, ਜਿਸ ਤਰੀਕੇ ਨਾਲ ਤੁਸੀਂ ਨੌਜਵਾਨਾਂ ਨੂੰ ਖਾਸ ਤੌਰ ਤੇ ਲਾਮਬੰਦ ਕੀਤਾ ਹੈ, ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਪ੍ਰੋਟੈਸਟ ਕਰ ਰਹੇ ਨੇ, ਪਰ ਤੁਸੀਂ ਪ੍ਰੋਟੈਸਟ ਨਹੀਂ ਸਿਰਫ ਕਰ ਰਹੇ, ਤੁਸੀਂ ਨੌਜਵਾਨਾਂ ਨੂੰ ਵੀ ਦੱਸ ਰਹੇ ਹੋ ਕਿ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਅੱਜ ਪੰਜਾਬੀ ਦੇ ਹੱਕ ਦੇ ਵਿੱਚ ਨਾਅਰਾ ਮਾਰਨ ਦੀ ਲੋੜ ਹੈ, ਇਹਦੇ ਬਾਰੇ ਕੀ ਕਹੋਗੇ? ਦੇਖੋ ਜੀ, ਜਿਹੜੇ ਨੌਜਵਾਨ ਆ ਉਹ ਹਰ ਇੱਕ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ। ਉਹ ਭਵਿੱਖ ਆਉਣ ਵਾਲੀ ਸਾਡੀ ਜਨਰੇਸ਼ਨ ਆ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਾਰਾ ਸਾਡੀ ਵਾਗਡੋਰ ਹੋਣੀ ਆ, ਅਤੇ ਜੇ ਅਸੀਂ ਹੁਣੇ ਤੋਂ ਉਹਨਾਂ ਨੂੰ ਸੁਚੇਤ ਕਰਾਂਗੇ ਤਾਂ ਸਾਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਫਿਕਰ ਨਹੀਂ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇਸ਼ਾਂ ਵਿੱਚ ਅਸੀਂ ਰਹਿ ਰਹੇ ਹਾਂ, ਕਿਉਂਕਿ ਅਸੀਂ ਪੁਰਾਣੇ ਖਿਆਲਾਂ ਵਾਲੇ ਪੰਜਾਬ ਦੇ ਵਿੱਚੋਂ ਜਾਂ ਹੋਰ ਪਿੰਡਾਂ ਦੇ ਵਿੱਚੋਂ ਉੱਠ ਕੇ ਆਏ ਹਾਂ, ਅਤੇ ਉਹਨੇ ਤਰੀਕੇ ਨਾਲ ਅਸੀਂ ਵਧੀਆ ਗੱਲ ਨਹੀਂ ਕਰ ਸਕਦੇ ਜਿੰਨੇ ਤਰੀਕੇ ਨਾਲ ਵਧੀਆ ਜਿਹੜੇ ਇੱਥੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ, ਵੱਖ-ਵੱਖ ਫੀਲਡ ਦੇ ਵਿੱਚ ਰਹਿੰਦੇ ਆ, ਕਾਲਜਾਂ ਦੇ ਵਿੱਚ, ਔਰ ਇੱਥੋਂ ਦੇ ਸਕੂਲ ਦੇ ਬੱਚਿਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ, ਔਰ ਉਹ ਆਪਣੇ ਬਾਰੇ, ਆਪਣੇ ਧਰਮ ਬਾਰੇ, ਆਪਣੇ ਹੱਕਾਂ ਬਾਰੇ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਜਿਹੜੇ ਇੱਥੇ ਸਮਾਜ ਦੇ ਵਿੱਚ ਗੱਲ ਕਰ ਸਕਦੇ ਆ। ਔਰ ਜਿਉਂ-ਜਿਉਂ ਵੱਖਰੀਆਂ ਬਾਹਰਲੀਆਂ ਕਮਿਊਨਿਟੀਆਂ ਦੇ ਵਿੱਚ ਸਾਡੀ ਗੱਲ ਜਾਊਗੀ ਤਾਂ ਉਹਦਾ ਪ੍ਰਚਾਰ ਆਪਣੇ ਆਪ ਹੋਊਗਾ। ਸਾਨੂੰ ਪ੍ਰਚਾਰਕ ਬਣਾਉਣ ਦੀ ਜ਼ਰੂਰਤ ਨਹੀਂ, ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਜ਼ਰੂਰਤ ਆ, ਉਹ ਖੁਦ ਪ੍ਰਚਾਰ ਬਣਦੀਆਂ ਨੇ। ਇੱਕ ਜਿਹੜੀ ਗੱਲ ਬਾਰ-ਬਾਰ ਕਹੀ ਜਾਂਦੀ ਸੀ ਕਿ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਇੱਕੋ ਹੀ ਜਾਤ ਦੇ, ਇੱਕੋ ਹੀ ਧਰਮ ਦੇ ਲੋਕ ਨੇ, ਤੇ ਉਹੀ ਸਿਰਫ ਜਿਹੜੇ ਨੇ ਪਿੱਛੇ ਆਵਾਜ਼ਾਂ ਚੁੱਕ ਰਹੇ ਨੇ, ਪਰ ਅੱਜ ਤੁਸੀਂ ਹਿੰਦੂ ਵੀ ਇੱਕ ਮੰਚ ਤੇ ਲਿਆ ਕੇ ਖੜੇ ਕਰ ਦਿੱਤੇ, ਮੁਸਲਮਾਨ ਵੀ ਆ ਗਏ, ਈਸਾਈ ਵੀ ਆ ਗਏ, ਅਤੇ ਸਾਰਿਆਂ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਹ ਨਾ ਸਮਝੋ ਕਿ ਅਸੀਂ ਇੱਕੋ ਜਾਤੀ ਦੇ ਲੋਕ ਜਿਹੜੇ ਆ ਪ੍ਰੋਟੈਸਟ ਕਰ ਰਹੇ ਹਾਂ। ਸਮੂਹ ਜਿਹੜਾ ਪੰਜਾਬ ਨੂੰ ਪਿਆਰ ਕਰਦਾ, ਜਿਹੜਾ ਪੰਜਾਬੀ ਨੂੰ ਪਿਆਰ ਕਰਦਾ, ਅੱਜ ਉਹ ਇਕੱਠਾ ਹੈਗਾ, ਜਿਹੜਾ ਇਨਸਾਨੀਅਤ ਦੀ ਗੱਲ ਕਰਦਾ, ਜਿਹੜਾ ਗੁਰੂ ਨਾਨਕ ਦੇ ਸੰਦੇਸ਼, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲੇ ਦਾ ਜਿਹੜਾ ਨਾਅਰਾ ਮਾਰਦਾ ਹੈ, ਉਹ ਅੱਜ ਇਸ ਮੰਚ ਦੇ ਉੱਤੇ ਕਿਸਾਨੀ ਦੇ ਹੱਕ ਦੇ ਵਿੱਚ ਪਹਿਰਾ ਦੇਣ ਆਇਆ, ਉਹਦੇ ਬਾਰੇ ਕੀ ਕਹੋਗੇ? ਦੇਖੋ, ਮੈਨੂੰ 20-21 ਸਾਲ ਹੋ ਗਏ ਆ ਇੱਥੋਂ ਦੇ ਹੀ ਸਾਰੇ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਇਆਂ। ਮੈਂ ਬਹੁਤ ਰੈਲੀਆਂ ਵੇਖੀਆਂ, ਬਹੁਤ ਮੁਜ਼ਾਹਰੇ ਵੇਖਿਆ, ਬਹੁਤ ਕੁਝ ਵੇਖਿਆ ਆਪਣੇ ਇਸ ਜੀਵਨ ਦੇ ਅੰਦਰ, ਪਰ ਮੈਨੂੰ ਜਿਹੜੀ ਸਮਝ ਆਈ ਆ ਵੀ ਜਿੰਨਾ ਅਸੀਂ ਲੋਕਾਂ ਨਾਲ ਪਿਆਰ ਵਧਾਵਾਂਗੇ ਉਨੀ ਉਹ ਸਾਡੀ ਆਵਾਜ਼ ਆਪ ਬੁਲੰਦ ਕਰਨਗੇ। ਸਾਨੂੰ ਆਪ ਰੌਲਾ ਪਾਉਣ ਦੀ ਜ਼ਰੂਰਤ ਨਹੀਂ ਆ, ਸਾਨੂੰ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਆ ਜਿਹੜੇ ਸਾਡੀ ਸਗੋਂ ਆਵਾਜ਼ ਬਣਨ, ਔਰ ਉਹਨਾਂ ਲੋਕਾਂ ਦੇ ਵਿੱਚੋਂ ਹੀ ਜਿਹੜੇ ਦੂਸਰੇ ਧਰਮਾਂ ਦੇ ਲੋਕ ਵੀ ਨੇ, ਕਿਉਂਕਿ ਸਾਨੂੰ ਤਾਂ ਸਾਡੀ ਤਾਂ ਛਵੀ ਜਿਹੜੀ ਬਹੁਤ ਵਿਗਾੜ ਦਿੱਤੀ ਗਈ ਆ। ਹੁਣ ਵੀ ਇਸ ਪ੍ਰੋਟੈਸਟ ਨੂੰ ਜਿਹੜਾ ਵਾ ਉਹ ਕਦੇ ਖਾਲਿਸਤਾਨ ਦਾ, ਕਦੇ ਅੱਤਵਾਦ ਦਾ, ਕਦੇ ਕਿਸੇ ਦਾ ਨਾਂ ਦਿੱਤਾ ਜਾ ਰਿਹਾ, ਪਰ ਸਾਨੂੰ ਇਹ ਦੱਸਣ ਵਾਸਤੇ ਮਜਬੂਰ ਹੋਣਾ ਪਿਆ ਵਾ ਵੀ ਅਸੀਂ ਆਪਣੀ ਗੱਲ ਜਿਹੜੀ ਆ ਇਹਨਾਂ ਲੋਕਾਂ ਦੀ ਜ਼ੁਬਾਨ ਦੇ ਵਿੱਚੋਂ ਕੱਢ ਕੇ ਦੱਸੀਏ ਵੀ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਾਂ। ਕੋਈ ਅੱਤਵਾਦ, ਵੱਖਵਾਦ ਦੀ ਜਾਂ ਕੋਈ ਐਸੀ ਦੇਸ਼ ਧਰੋਹ ਵਾਲੀ ਗੱਲ ਕੋਈ ਨਹੀਂ ਹੈਗੀ। ਇਹ ਇਨਸਾਨੀਅਤ ਦੀ ਗੱਲ ਹੈ, ਮਨੁੱਖਤਾ ਦੀ ਗੱਲ ਹੈ, ਇਹ ਸਮੁੱਚੇ ਸੰਸਾਰ ਅੰਦਰ ਪਿਆਰ ਵਧਾਉਣ ਦੀ ਗੱਲ ਆ, ਔਰ ਕਿਰਤੀਆਂ ਨੂੰ ਅੱਗੇ ਲਿਆਉਣ ਦੀ ਗੱਲ ਆ, ਕਿਉਂਕਿ ਹਰ ਇੱਕ ਮਿਹਨਤਕਸ਼ ਜਿਹੜਾ ਵਾ ਉਹ ਚਾਹੁੰਦਾ ਕਿ ਉਹਦਾ ਸਨਮਾਨ ਜਿਹੜਾ ਹੋਵੇ। ਆਪਾਂ ਵੀ ਜੇ ਇੱਥੇ ਕੰਮ ਕਰਦੇ ਹਾਂ, ਦਿਹਾੜੀ ਲਾਉਂਦੇ ਹਾਂ, ਤਾਂ ਆਪਾਂ ਚਾਹੁੰਦੇ ਹਾਂ ਕਿ ਸਾਡਾ ਰੋਜ਼ਾਨਾ ਸਾਨੂੰ ਪੂਰਾ ਮਿਲੇ, ਤੇ ਜੇ ਕੋਈ ਸਾਨੂੰ ਘੱਟ ਦੇਵੇ ਤਾਂ ਸ਼ਾਇਦ ਹੋ ਸਕਦਾ ਖਿਆਈ 'ਚ ਲੈ ਤਾਂ ਲਈਏ, ਪਰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਕਈ ਤਰ੍ਹਾਂ ਦੇ ਖਿਆਲ
ਖਿਆਲ ਸਾਡੇ ਮਨਾਂ 'ਚ ਆਉਂਦੇ ਆ। ਇਸ ਤਰੀਕੇ ਦੇ ਨਾਲ ਹੀ ਅਸੀਂ ਆਪਣੇ ਉੱਥੇ ਭਰਾਵਾਂ ਬਾਰੇ ਸੋਚ ਰਹੇ ਹਾਂ ਵੀ ਜਿਹੜੇ ਇੰਨੀ ਮਿਹਨਤ ਕਰਦੇ ਉਹਨਾਂ ਦੇ ਹੱਕਾਂ 'ਤੇ ਡਾਕਾ ਪੈ ਰਿਹਾ। ਤੇ ਜਦੋਂ ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੀਆਂ ਕਮਿਊਨਿਟੀਆਂ ਨੂੰ, ਇੱਥੋਂ ਦੇ ਧਰਮਾਂ ਲੋਕਾਂ ਨੂੰ ਦੱਸਿਆ ਵਾ ਤਾਂ ਉਹ ਆਪ ਅੱਗੇ ਵੱਧ ਕੇ ਆਏ। ਉਹ ਕਹਿੰਦੇ ਬਿਲਕੁਲ ਇਹ ਤਾਂ ਸੱਚ ਦੀ ਗੱਲ ਹੈ, ਤੇ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ। ਜਿਵੇਂ ਕਹਿੰਦੇ ਸਿਆਣੇ ਕਹਿੰਦੇ ਵੀ ਹਰ ਇੱਕ ਜਿਹੜੀ ਘਟਨਾ ਵਾ ਕੋਈ ਨਾ ਕੋਈ ਸਿੱਖਿਆ ਦਿੰਦੀ ਆ, ਔਰ ਇਹ ਘਟਨਾ ਨੇ ਸਾਨੂੰ ਬੜੀ ਵੱਡੀ ਸਿੱਖਿਆ ਦਿੱਤੀ ਆ ਵੀ ਸਾਨੂੰ ਮੋਢੇ ਨਾਲ ਮੋਢਾ ਜੋੜਨਾ ਪੈਣਾ ਵਾ। ਇਹ ਲੋਕ ਸਾਡਾ ਨਜਾਇਜ਼ ਫਾਇਦਾ ਉਠਾਉਂਦੇ, ਸਾਨੂੰ ਵੰਡ ਕੇ, ਸਾਨੂੰ ਪਾੜ ਕੇ, ਸਾਨੂੰ ਇੱਕ ਦੂਸਰੇ ਦਾ ਵਿਰੋਧੀ ਬਣਾ ਕੇ, ਇੱਕ ਦੂਸਰੇ ਦੇ ਵਿਰੁੱਧ ਪ੍ਰਚਾਰ ਕਰਕੇ ਵੀ ਸ਼ਾਇਦ ਇਹਨਾਂ ਨੂੰ ਤੋੜ ਦਿਆਂਗੇ ਤੇ ਆਪਣੇ ਜਿਹੜਾ ਸਾਡਾ ਜਿਹੜਾ ਰਾਜ ਭਾਗ ਇੱਦਾਂ ਚੱਲਦਾ ਰਹੂਗਾ। ਇੱਦਾਂ ਨਹੀਂ ਹੋਣਾ। ਹੁਣ ਸਾਡੇ ਬੱਚੇ ਜਿਹੜੇ ਆ ਉਹ ਸਿਆਣੇ ਆ, ਉਹ ਸਮੇਂ ਦੇ ਹਾਣੀ ਬਣ ਕੇ ਚੱਲਣ ਵਾਲੇ ਆ। ਬਜ਼ੁਰਗਾਂ ਨੂੰ ਪਹਿਲਾਂ ਜੋ ਕਿਹਾ ਜਾਂਦਾ ਸੀਗਾ ਵੀ ਉੱਦਾਂ ਉਹ ਮੰਨ ਜਾਂਦੇ ਸੀਗੇ, ਪਰ ਹੁਣ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ ਉਹ ਜਾਗਰੂਕ ਆ, ਉਹ ਉਹਨਾਂ ਦੇ ਕੋਲ ਐਜੂਕੇਸ਼ਨ ਆ, ਉਹ ਹਰ ਪੱਖ ਤੋਂ ਸੁਚੇਤ ਨੇ, ਔਰ ਉਹਨਾਂ ਨੂੰ ਸਾਰੇ ਦੁਨੀਆ ਦੇ ਕਾਨੂੰਨ ਦਾ ਪਤਾ ਵਾ। ਇਹ ਨਹੀਂ ਵੀ ਇਕੱਲੇ ਭਾਰਤ ਦਾ, ਦੁਨੀਆ ਦੇ ਕਾਨੂੰਨ ਦਾ ਪਤਾ, ਕਿੱਥੇ ਕੀ ਹੋ ਰਿਹਾ ਉਹਨਾਂ ਨੂੰ ਸਾਰੀ ਸਮਝ ਆ। ਇਸ ਕਰਕੇ ਸਾਨੂੰ ਉਲਝਾਇਆ ਤੇ ਫੁਸਲਾਇਆ ਹੁਣ ਨਹੀਂ ਜਾ ਸਕਦਾ। ਬਿਲਕੁਲ ਉਹ ਸਮਾਂ ਸੀ ਜਦੋਂ ਕਿਸਾਨ HMT ਦੇ ਟਰੈਕਟਰ ਦੇ ਉੱਤੇ ਚੜ੍ਹ ਕੇ ਖੇਤੀ ਕਰਦਾ ਸੀ, ਤੇ ਅੱਜ ਉਹ ਵੀ ਸਮਾਂ ਹੈਗਾ ਵਿਦੇਸ਼ਾਂ ਦੇ ਵਿੱਚ ਆ ਕੇ ਹਮਰ ਤੇ ਵੀ ਘੁੰਮਦਾ ਹੈ, ਤੇ ਇਹ ਆਪਣੇ ਆਪ 'ਚ ਸਬੱਬ ਬਣਦਾ ਹੈ। ਜੇ ਇਹ ਸਾਰੀਆਂ ਚੀਜ਼ਾਂ ਉਹ ਹਾਸਲ ਕਰ ਸਕਦਾ ਹੈ ਤਾਂ ਬਿਲਕੁਲ ਉਹ ਫਿਰ ਟਰੈਕਟਰ ਤੋਂ ਟਵਿੱਟਰ ਤੱਕ ਵੀ ਆ ਸਕਦਾ। ਤੇ ਐਸੇ ਕਰਕੇ ਅੱਜ ਪੂਰੀ ਦੁਨੀਆ ਦੇ ਜਿਹੜੀ ਲੀਡਰਸ਼ਿਪ ਹੈ ਉਸਨੇ ਪਤਾ ਲੱਗ ਚੁੱਕਾ ਹੋਇਆ ਕਿ ਅਸਲ ਦੇ ਵਿੱਚ ਦਿੱਲੀ ਦੇ ਦਰਵਾਜ਼ੇ ਤੇ ਵਾਪਰ ਕੀ ਰਿਹਾ। ਸੋ ਜ਼ਰੂਰਤ ਹੈ ਉਸ ਆਵਾਜ਼ ਨੂੰ ਦੱਬਿਆ ਨਾ ਜਾਵੇ, ਉਹਨੂੰ ਸੁਣ ਕੇ ਉਹਦੇ ਉੱਤੇ ਅਮਲ ਕੀਤਾ ਜਾਵੇ। ਭਾਈ ਭੁਪਿੰਦਰ ਸਿੰਘ ਹੋਣਾ ਨੇ ਜਿਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਦਾ ਭਵਿੱਖ ਇਹ ਹੈਗੇ ਨੇ। ਲੜਾਈਆਂ ਇਹਨਾਂ ਨੇ ਲੜਨੀਆਂ ਨੇ, ਹੱਕਾਂ ਦੀ ਗੱਲ ਇਹਨਾਂ ਨੇ ਕਰਨੀ ਹੈ, ਮਨੁੱਖੀ ਅਧਿਕਾਰਾਂ ਦੀ ਗੱਲ ਇਹਨਾਂ ਨੇ ਕਰਨੀ ਹੈ। ਸੋ ਨਿਊਯਾਰਕ ਦੇ ਵਿੱਚ ਅੱਜ ਬੱਚਿਆਂ ਦੇ ਵੱਲੋਂ ਜਿਸ ਤਰੀਕੇ ਦੀ ਰੈਲੀ ਕੱਢੀ ਗਈ ਹੈ, ਇਤਿਹਾਸਕ ਰੈਲੀ ਸੀ, ਤੇ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜੀ ਹੈ ਹੋਰ ਰੈਲੀਆਂ ਕੱਢਣ ਵਾਸਤੇ ਸਬੱਬ ਨਾ ਬਣਾਵੇ, ਤੇ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਨਾਲ ਫੈਸਲਾ ਕਰਕੇ ਉਹਨਾਂ ਨੂੰ ਪੰਜਾਬ ਸੁੱਖੀ ਸਾਂਦੀ ਵਾਪਸ ਭੇਜੇ। ਕਹਿ ਸਕਦੇ ਕਿ ਅਸੀਂ ਇਸ ਵੇਲੇ ਨਿਊਯਾਰਕ ਦੇ ਵਿੱਚ ਹੈਗੇ ਆ, ਅਮਰੀਕਾ ਦੇ ਵਿੱਚ ਆ, ਤੇ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਯੰਗਸਟਰਸ ਨੇ ਲਗਾਤਾਰ ਹਰ ਵੀਕਐਂਡ ਦੇ ਉੱਤੇ ਜਿਹੜੇ ਨੇ ਪ੍ਰੋਟੈਸਟ ਕਰ ਰਹੇ ਨੇ, ਹਰ ਵੀਕਐਂਡ ਦੇ ਉੱਤੇ ਕਿਸਾਨੀ ਦੇ ਹੱਕ ਦੇ ਵਿੱਚ ਜਿਹੜਾ ਸੰਘਰਸ਼ ਕਰ ਰਹੇ ਨੇ। ਇੱਥੇ ਜਿਹੜਾ ਵੀਕਐਂਡ ਹੁੰਦਾ ਬੜਾ ਖਾਸ ਹੁੰਦਾ ਹੈ। ਬੱਚੇ ਜਿਹੜੇ ਨੇ, ਕਿਉਂਕਿ ਕ੍ਰਿਸਮਸ ਦਾ ਟਾਈਮ ਜਿਹੜਾ ਆ ਚੁੱਕਾ ਹੈ, ਇਹਦੇ 'ਚ ਆਪਣੇ ਟਾਈਮ ਦੇ ਉਹਨਾਂ ਨੇ ਸੈਲੀਬ੍ਰੇਟ ਕਰਨਾ ਹੁੰਦਾ, ਲੇਕਿਨ ਕਿਸਾਨੀ ਦੇ ਹੱਕ ਦੇ ਵਿੱਚ ਆ ਕੇ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ। ਵੀਰ ਜੀ ਕੀ ਨਾਮ ਹੈ ਤੁਹਾਡਾ? ਮਨਜੋਤ ਸਿੰਘ। ਮਨਜੋਤ, ਮੈਂ ਤੁਹਾਨੂੰ ਲਾਸਟ ਵੀਕ ਵੀ ਵੇਖਿਆ ਸੀ, ਤੁਸੀਂ ਇਸੇ ਤਰੀਕੇ ਨਾਲ ਜਿਹੜਾ ਕਿਸਾਨੀ ਦਾ ਝੰਡਾ ਲੈ ਕੇ ਸੰਘਰਸ਼ ਕਰ ਰਹੇ ਹੋ। ਕੀ ਕਹਿਣਾ ਚਾਹੁੰਦੇ ਹੋ? ਮੈਸੇਜ ਕੀ ਹੈ ਤੁਹਾਡਾ? How could we stay home and celebrate when our brothers and sisters in India are outside protesting in the cold? They're getting water cannons, water on them. They're also cold. So how could we stay here home peacefully in our heated rooms and just sit there and like look at that stuff? Okay. When you ask the local government for the permission of the protest, and they are going, okay, welcome, you can protest here. Yeah. But when you see the Indian government, they are not saying, okay, you could not protest. We will be fire it. We will be give it a water cannon. So what do you think about that? That's the difference between America and India. It shows you like straight up like how America, even though this is not our country, it's not where we are from, we're from India, you could see the difference. America is treating us better than India. ਜੋਤੀ, ਤੁਸੀਂ ਜਦੋਂ ਇੱਥੇ ਸੰਘਰਸ਼ ਕਰ ਰਹੇ ਹੋ ਕੰਟੀਨਿਊਸਲੀ, ਜਦੋਂ ਤੁਸੀਂ ਆਪਣੀ ਵੌਇਸ ਨੂੰ ਜਿਹੜਾ ਰੇਸ ਕਰ ਰਹੇ ਹੋ, ਤਾਂ ਕੀ ਉਹਦੇ 'ਚ ਮੈਸੇਜ ਕੀ ਦੇਣਾ ਚਾਹੁੰਦੇ ਹੋ? ਮੈਸੇਜ ਸਿੱਧਾ ਜੀ, ਹੱਕ ਸਾਡਾ ਲੈ ਕੇ ਜਾਵਾਂਗੇ। ਇਹ ਤੋਂ ਅੱਗੇ ਤਾਂ ਕੋਈ ਹੋਰ ਹੈ ਗੱਲ ਨਹੀਂ ਹੈਗੀ। ਸਾਡੇ ਪੁਰਖਾਂ ਨੇ ਜ਼ਮੀਨਾਂ ਬਣਾਈਆਂ, ਐਦਾਂ ਕੋਈ ਹੋ ਨਹੀਂ ਸਕਦਾ ਕਿ ਕਿਸੇ ਨੇ ਬਿੱਲ ਪਾਸ ਕੀਤੇ, ਨਵੇਂ ਆਰਡੀਨੈਂਸ ਆ ਗਏ ਤਾਂ ਸਾਡਾ ਹੱਕ ਐਦਾਂ ਹੀ ਲੈ ਜੂਗੇ। ਅੱਗੇ ਹੀ ਫਾਰਮਰਾਂ ਦੇ ਬਹੁਤ ਜ਼ਿਆਦਾ ਸੁਸਾਈਡ ਰੇਟ ਹੋ ਰਿਹਾ, ਤੇ ਲਾਈਕ ਇਹੋ ਜਿਹੇ ਬਿੱਲ ਪਾਸ ਕਰੋਗੇ ਤਾਂ ਪੰਜਾਬ ਤਾਂ ਸਾਡਾ ਪੂਰਾ ਕੰਪਲੀਟਲੀ ਵਾਈਪ ਆਊਟ ਹੋ ਜਾਊਗਾ। ਸੋ ਦੂਸਰੀ ਚੀਜ਼ ਆਪਾਂ ਜਦੋਂ ਵੇਖਦੇ ਹਾਂ, ਤੁਸੀਂ ਵੇਖਦੇ ਹੋ ਕਿ ਅਸੀਂ ਅਮਰੀਕਨ ਜਿਹੜਾ ਇੰਡੀਅਨ ਡਾਇਸਪੋਰਾ ਹੈਗਾ, ਇਹ ਡਿਵਾਈਡਡ ਹੋ ਚੁੱਕਾ ਹੋਇਆ। ਕੁਝ ਲੋਕ ਜਿਹੜੇ ਨੇ ਉਹ ਜਿਸ ਤਰ੍ਹਾਂ ਕਹਿ ਸਕਦੇ ਕਿ ਭਗਤ ਹੈਗੇ ਨੇ, ਉਹ ਇੱਕੋ ਹੀ ਜਿਹੜੀ ਗਵਰਨਮੈਂਟ ਦੀ ਗੱਲ ਕਰ ਰਹੇ ਨੇ ਕਿ ਨਹੀਂ ਜੀ ਕਿਸਾਨ ਗਲਤ ਹੈਗੇ ਆ, ਇਹਦੇ 'ਚ ਟੈਰੋਰਿਸਟ ਆ ਗਏ ਨੇ, ਖਾਲਿਸਤਾਨੀ ਆ ਗਏ ਨੇ। ਜਦੋਂ ਇਹ ਸਾਰੀਆਂ ਤੁਸੀਂ ਨਿਊਜ਼ ਸੁਣਦੇ ਹੋ ਤਾਂ ਤੁਸੀਂ ਜਦੋਂ ਸਟਰਗਲ ਕਰਦੇ ਹੋ, ਤੁਹਾਨੂੰ ਗੁੱਸਾ ਨਹੀਂ ਆਉਂਦਾ ਕਿ ਕਿਸ ਤਰੀਕੇ ਦਾ ਇਹਨੂੰ ਰੰਗਤ ਦੇ ਰਹੇ ਨੇ? ਗੁੱਸਾ ਆਉਂਦਾ ਜੀ। ਲਾਈਕ ਉਹ ਉੱਥੇ ਰੈਲੀਆਂ ਕਰਦੇ ਆ ਬਾਹਰ, ਠੰਡ 'ਚ ਉਹਨਾਂ ਨੇ ਕੈਂਪ ਲਾਏ ਕਿਉਂਕਿ ਆਪਣੇ ਰਾਈਟ ਹੱਕ ਵਾਸਤੇ। ਉਹਨਾਂ ਨੇ ਜਿਹੜੇ ਇਹ ਝੂਠੀਆਂ ਖਬਰਾਂ ਫੈਲਾਈਆਂ ਆ ਕਿ ਉਹ ਟੈਰਰਿਸਟ ਹੁੰਦੇ ਆ, ਇਹਨਾਂ ਨੇ ਇਹ ਕਰ ਦੇਣਾ, ਉਹ ਕਰ ਦੇਣਾ। ਇਹ ਤਾਂ ਡੈਮੋਕ੍ਰੇਸੀ ਜਿਹੜੀ ਹੋਈ ਹੈ, ਇਹ ਉਹਨੂੰ ਉਹ ਥੋੜ੍ਹੀ ਹੋਈ ਹੈ। ਇਹ ਜਿਹੜੇ ਉਹਨਾਂ ਦੇ ਹੱਕ ਆ ਉਹ ਲੜਨ ਵਾਸਤੇ ਗਏ ਆ, ਤੇ ਬਸ ਇੱਦਾਂ ਦੀ ਗੱਲ ਹੈ ਜੀ, ਸਿੱਧੀ ਜੀ ਗੱਲ ਹੈ ਜੀ। ਹੱਕ ਹੈ, ਲਵਾਂਗੇ ਜੋ ਹੋ ਸਕਦਾ ਹੁਣ। ਤੇ ਇੱਕ ਚੀਜ਼ ਮੈਂ ਤੁਹਾਡੇ ਕੋਲ ਹੋਰ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਸੀਂ ਜਦੋਂ ਇੱਥੇ ਸਟੱਡੀ ਕਰਦੇ ਹੋ, ਸਾਰਾ ਕੁਝ ਜਦੋਂ ਤੁਸੀਂ ਪੜ੍ਹਦੇ ਹੋ, ਤੁਹਾਨੂੰ ਲੱਗਦਾ ਨਹੀਂ ਕਿ ਉਸ ਕੰਟਰੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਹੁਣ ਚੇਂਜ ਹੋਣ ਦੀ ਲੋੜ ਹੈ? ਉਹਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੇ ਅਸਲ 'ਚ ਲੋਕ ਜਿਹੜੇ ਸਟਰਗਲ ਕਰ ਰਹੇ ਨੇ ਜਾਂ ਜਿਸ ਤਰੀਕੇ ਦੇ ਕਾਨੂੰਨ ਬਣਾਏ ਜਾ ਰਹੇ ਨੇ ਉਹਨਾਂ ਦੇ ਹੱਕ 'ਚ ਨਹੀਂ ਹੈਗੇ? ਐਬਸੋਲੂਟਲੀ ਹੱਕ 'ਚ ਨਹੀਂ ਹੈਗੇ। ਮੋਦੀ ਨੇ 5 ਰੂਲ ਸੀਗੇ, 5 ਲਾਅ ਸੀਗੇ, 5 ਬਦਲੇ ਉਹਨੇ ਟੂ ਫੇਵਰ ਦ ਕਾਰਪੋਰੇਸ਼ਨਸ, ਕਿ ਆਬਵੀਅਸਲੀ ਹੁਣ ਫਾਰਮਰਸ ਹੈਵ ਨੋ ਸੇ ਇਨ ਦਿਸ। ਨਾਲੇ 5 ਰੂਲ ਸੀਗੇ that gave them some rights, that gave them some like that favored them.
ਸਿਸਟਮ ਉਹ ਸਾਰੇ ਉਹਨਾਂ ਨੇ ਚੇਂਜ ਕੀਤੇ ਆ। They need new government, new advocates, and obviously I think the youth should go up and change up the whole government and eventually the nation. ਸੋ ਜਿਹੜੇ ਲੋਕ ਅੱਜ ਇਸ ਤਰੀਕੇ ਦੀ ਗੱਲ ਕਰਦੇ ਨੇ ਕਿ ਇਹ ਲੋਕ ਜਿਹੜੇ ਨੇ ਟਵਿੱਟਰ ਤੇ ਕਿਸ ਤਰੀਕੇ ਨਾਲ ਪਹੁੰਚ ਗਏ, ਅੱਜ ਟਵਿੱਟਰ ਤੇ ਇਸ ਤਰੀਕੇ ਦੀ ਗੱਲ ਕਰਨ ਦੀ ਬਜਾਏ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਅਸੀਂ ਉਹਨਾਂ ਦੀ ਆਵਾਜ਼ ਨੂੰ ਸੁਣੀਏ ਤੇ ਉਹਨਾਂ ਨੂੰ ਅੱਜ ਜਿਹੜਾ ਹੈ ਉਹਨਾਂ ਦੇ ਹੱਕ ਦੇਣ ਦੀ ਕੋਸ਼ਿਸ਼ ਕਰੀਏ। ਕੀ ਨਾਮ ਜੀ ਤੁਹਾਡਾ? ਜੈਦੀਪ ਸਿੰਘ। ਜੈਦੀਪ, ਜਿਸ ਤਰ੍ਹਾਂ ਤੁਸੀਂ ਹੁਣੇ ਆਪਣੀ ਆਵਾਜ਼ ਕੀਤੀ ਸੀ ਕਿ ਸਾਡੇ ਪੁਰਖਿਆਂ ਦੀ ਬਾਰੇ ਤੁਸੀਂ ਗੱਲ ਕੀਤੀ ਸੀ ਕਿ 18 ਵਾਰ ਦਿੱਲੀ ਨੂੰ ਇਸ ਨੂੰ ਜਿੱਤਿਆ ਹੋਇਆ, ਅੱਜ ਫਿਰ ਉਹਦੇ ਕੰਢੇ ਤੋਂ ਆਪਾਂ ਖੜੇ ਹਾਂ, ਲੇਕਿਨ ਆਪਾਂ ਜਿੱਤਣ ਨਹੀਂ ਗਏ, ਅੱਜ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਪੂਰੀ ਦਿੱਲੀ ਵਾਲਿਆਂ ਦੇ ਅਸੀਂ ਦਿਲ ਜਿੱਤ ਲਏ, ਪਰ ਸਰਕਾਰ ਨੂੰ ਕੀ ਲੱਗਦਾ ਕਿ ਉਹਨਾਂ ਦੇ ਦਿਲ ਪੱਥਰ ਹੋ ਚੁੱਕੇ ਨੇ? ਜੀ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਇਹ ਤਾਂ ਪਤਾ ਵੀ ਇਹ ਤਾਂ ਮੋਰਚਾ ਹਾਰ ਗਏ ਆ, ਹਨਾ, ਇਹ ਤਾਂ ਜ਼ਮੀਨ ਤਾਂ ਇਹ ਬਿੱਲ ਤਾਂ ਲੈਣੇ ਪੈਣੇ ਆ ਵਾਪਸ। ਮੇਰਾ ਪਰਸਨਲੀ ਵਿਊ ਇਹ ਆ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਗਾਂ ਸਾਡੇ ਹੋਰ ਮਸਲੇ ਬਹੁਤ ਆ ਪੰਜਾਬ ਦੇ। ਸਾਡਾ ਪਾਣੀ ਦਾ ਮਸਲਾ ਆ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਵਾ, ਸਾਡੇ ਮਸਲੇ ਇੰਨੇ ਹੋਰ ਆ ਕਿ ਉਹਨਾਂ ਦੇ ਦਿਮਾਗ 'ਚ ਇੱਕ ਡਰ ਹੈ ਵੀ ਜੇ ਅਸੀਂ ਇਹ ਮਸਲਾ ਇਹਨਾਂ ਦਾ ਅਪਰੂਵ ਕਰਤਾ, ਮੰਨ ਲਿਆ ਛੇਤੀ, ਤੇ ਫਿਰ ਇਹ ਜਿਹੜੇ ਇਕੱਠੇ ਹੋਏ ਆ ਇਹ ਗਾਂ ਹੋਰ ਨਾ ਗਾਹਾਂ ਤੁਰ ਪੈਣ। ਹਰਿਆਣੇ ਵਾਲੇ ਜਿਹੜੇ ਨੇ ਅੱਜ ਉਸ ਧਰਨੇ ਦੇ ਵਿੱਚ ਬੈਠੇ ਨੇ, ਕਹਿੰਦੇ ਵਰੀ ਨਾ ਕਰੋ, ਅਸੀਂ ਤਾਂ ਤੁਹਾਡੇ ਕੋਲ ਕਦੀ ਪਾਣੀ ਵੀ ਨਹੀਂ ਮੰਗਿਆ ਜੀ। ਅੱਜ ਤਾਂ ਕਹਿੰਦੇ ਕਿ ਸ਼ੁਕਰ ਹੈ ਇਸ ਤਰੀਕੇ ਦਾ ਕੋਈ ਪ੍ਰੋਟੈਸਟ ਹੋ ਰਿਹਾ, 1966 ਤੋਂ ਬਾਅਦ ਅਸੀਂ ਇਕੱਠੇ ਹੋ ਗਏ। ਇਹ ਜਿਹੜੀ ਇੱਕ ਵੌਇਸ ਆ ਰਹੀ ਹੈ, ਜਿਸ ਤਰੀਕੇ ਨਾਲ ਦਿਲ ਮਿਲ ਰਹੇ ਨੇ, ਤੁਹਾਨੂੰ ਲੱਗਦਾ ਕਿ ਇੱਕ ਵੱਡੀ ਕ੍ਰਾਂਤੀ? ਬਿਲਕੁਲ ਜੀ ਬਿਲਕੁਲ। ਜੇ ਤੁਸੀਂ ਉੱਥੇ ਜਾ ਕੇ ਦੇਖੋ, ਅਸੀਂ ਇੱਥੋਂ ਨਿਊਯਾਰਕ ਤੋਂ ਜਿਹੜੀਆਂ ਵੀਡੀਓਜ਼ ਜਾਂ ਜਿਹੜੀਆਂ ਵੀ ਸਾਨੂੰ ਪਿਕਚਰ ਸਾਡੇ ਉੱਥੇ ਸਿੰਘ ਭੇਜ ਰਹੇ ਆ, ਤੁਸੀਂ ਦੇਖੋ ਉਹ 'ਚ ਹਿੰਦੂ ਵੀ ਬੈਠਾ ਵਾ, ਉੱਥੇ ਮੁਸਲਮਾਨ ਵੀ ਬੈਠਾ ਵਾ, ਈਸਾਈ ਬੈਠਾ ਵਾ, ਸਿੱਖ ਬੈਠਾ ਵਾ, ਬਹੁਤਾਤ ਸਿੱਖਾਂ ਦੀ ਆ, ਪਰ ਹੋਰ ਕਮਿਊਨਿਟੀਜ਼ ਵੀ ਆਈਆਂ। ਇਹ ਇੱਕ ਐਸਾ ਮਾਹੌਲ ਬਣਿਆ ਵਾ ਜਿਸ ਦੀ ਆਪਾਂ ਸੁਣਦੇ ਆਉਂਦੇ ਸੀ ਵੀ ਪਹਿਲਾਂ ਵੀ ਇਹ ਸਾਰੇ ਇਕੱਠੇ ਹੋ ਸਕਦੇ ਆ, ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਸਲਾ ਵਾ ਕਾਮਨ ਪੀਪਲ ਦਾ ਮਸਲਾ, ਇਸ ਦਾ ਜਿਹੜਾ ਜੇ ਬਿੱਲ ਵਾਪਸ ਹੁੰਦਾ ਵਾ, ਇਹਦਾ ਫਾਇਦਾ ਸਿੱਖਾਂ ਨੂੰ ਨਹੀਂ ਹੈਗਾ, ਇਹਦਾ ਫਾਇਦਾ ਮੁਸਲਮਾਨਾਂ ਨੂੰ ਹੈਗਾ, ਇਹਦਾ ਫਾਇਦਾ ਇੱਕ ਇੰਡੀਵਿਜੂਅਲ ਪਰਸਨ ਨੂੰ ਆ ਜਿਹੜਾ ਕਿ ਖੇਤੀ ਕਰ ਰਿਹਾ, ਨਾਟ ਈਵਨ ਖੇਤੀ ਕਰ ਰਿਹਾ, ਜਿਹੜਾ ਕਿ ਤੁਸੀਂ ਦਾਲ ਤੇ ਚੌਲ ਲੈ ਕੇ ਛਕਦੇ ਹੋ ਬਾਹਰੋਂ ਕਿਤੋਂ, ਤੇ ਤੁਹਾਨੂੰ ਜਿਹੜੀ 5-5 ਰੁਪਏ ਦੀ ਚੀਜ਼ ਆ 100 ਰੁਪਏ ਦੇ ਵਿੱਚ ਰਿਲਾਇੰਸ ਵਾਲੇ ਵੇਚਣਗੇ। ਤੇ ਫਾਇਦਾ ਜਿਹੜਾ ਵਾ ਇੱਕ ਕਾਮਨ ਐਵਰੀ ਸਿੰਗਲ ਪਰਸਨ, ਭਾਵੇਂ ਤੁਸੀਂ ਖੇਤੀ ਕਰਦੇ ਹੋ ਤੇ ਭਾਵੇਂ ਨਹੀਂ ਕਰਦੇ ਹੋ, ਡਾਇਰੈਕਟਲੀ ਔਰ ਇਨਡਾਇਰੈਕਟਲੀ ਤੁਹਾਨੂੰ ਇਹਦਾ ਜਿਹੜਾ ਵਾ ਰਿਜ਼ਲਟ ਤੁਹਾਨੂੰ ਸਾਰਿਆਂ ਨੂੰ ਦੇਣਾ ਪਊਗਾ। ਸੋ ਇਸ ਕਰਕੇ ਮੈਂ ਸੋਚਦਾ ਵੀ ਸਾਰੇ ਜਿਹੜੇ ਨੇ ਲੋਕ, ਈਵਨ ਹਿੰਦੂ, ਮੁਸਲਿਮ, ਈਸਾਈ, ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਪਹੁੰਚ ਰਹੇ ਆ ਤੇ ਆਪਣੀ ਜਿਹੜੀ ਆਵਾਜ਼ ਬੁਲੰਦ ਕਰ ਰਹੇ ਆ। ਬਿਲਕੁਲ, ਉਹ ਦਿਨ ਦੂਰ ਨਹੀਂ ਹੈਗਾ। ਅਗਰ ਇਸੇ ਤਰੀਕੇ ਨਾਲ ਕਮਿਊਨਿਟੀ ਨੂੰ ਵੰਡ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਜੋ ਤੁਹਾਡੀ ਵੀ ਵਾਰੀ ਆ ਸਕਦੀ ਹੈ। ਸੋ ਉਸ ਚੀਜ਼ ਨੂੰ ਰੋਕਣ ਵਾਸਤੇ NRI ਭਾਈਚਾਰਾ ਜਿਹੜਾ ਲਗਾਤਾਰ ਪ੍ਰੋਟੈਸਟ ਕਰ ਰਿਹਾ, ਭਾਵੇਂ ਉਹ ਵੀਕ ਡੇਜ਼ ਹੋਣ, ਭਾਵੇਂ ਵੀਕ ਐਂਡ ਹੋਵੇ, ਲਗਾਤਾਰ ਉਹਦੇ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਨੇ। ਤੇ ਅੱਜ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਵੀ ਇਹ ਪ੍ਰੋਟੈਸਟ ਜਿਹੜਾ ਦੁਬਾਰਾ ਕੀਤਾ ਗਿਆ। ਸਿਰਫ ਇੱਕ ਆਵਾਜ਼ ਦਿੱਤੀ ਗਈ ਹੈ, ਕਿਸਾਨ ਕਿਤੇ ਇਹ ਨਾ ਸਮਝਣ ਕਿ ਉਹ ਇਕੱਲੇ ਹੈਗੇ ਨੇ, ਉਹਨਾਂ ਦੇ ਧੀ ਪੁੱਤ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ, ਅਤੇ ਜਿਹੜਾ ਵੀ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਹੈ, ਉਹ ਉਹਨਾਂ ਦੇ ਹੱਕ ਦੇ ਵਾਸਤੇ ਦੁਨੀਆ ਦੇ ਹਰੇਕ ਕੋਨੇ ਤੋਂ ਆਵਾਜ਼ ਉਠਾ ਰਿਹਾ ਹੈ। ਮੈਂ ਮਨੀਸ਼ ਪਿਆਲਾ, ਨਿਊਯਾਰਕ ਤੋਂ।